ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਗੁਰੂ ਪਿਤਾ ਦੀ ਦਇਆ, ਗੁਰੂ ਪਿਤਾ ਦੀ ਬਖਸ਼ਿਸ਼ ਦਾ ਸਦਕਾ ਸੋ ਹਰ ਹਫ਼ਤੇ ਸੰਗਤਾਂ ਰਲ ਮਿਲ ਕੇ ਇੱਕ ਅਭਿਆਸ ਨੂੰ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਹਫ਼ਤੇ ਵੀ ਜੋ ਗੁਰੂ ਪਿਤਾ ਨੇ ਜਿੰਨੀ ਕੁ ਸੋਝੀ ਬਖਸ਼ਿਸ਼ ਕੀਤੀ, ਜਿੰਨੀ ਕੁ ਸਮਝ ਆ ਸਕੀ, ਉਹ ਆਪ ਜੀ ਸੇਵਾ ਸੰਗਤਾਂ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਪਿਤਾ ਦਇਆ ਕਰਨ, ਬੇਅੰਤ ਭੁੱਲਾਂ ਨੂੰ ਨਾ ਚਿਤਾਰਨਾ। ਸਾਧ ਸੰਗਤ ਜੀਓ, ਮੱਤ ਥੋੜ੍ਹੀ ਹੈ। ਸੋ ਜਿਵੇਂ ਕਿ ਇਸ ਹਫ਼ਤੇ ਦਾ ਅਭਿਆਸ ਗੁਰੂ ਪਿਤਾ ਨੇ ਬਖਸ਼ਿਸ਼ ਕੀਤਾ ਕਿ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਲ ਅਲਖ ਧਿਆਈਏ। ਜਦੋਂ ਇਸ ਸ਼ਬਦ ਨੂੰ ਵਿਚਾਰਦੇ ਹਾਂ, ਜਦੋਂ ਇਸ ਸ਼ਬਦ ਨੂੰ ਵਿਚਾਰਦੇ ਸੀ ਤੇ ਸਾਨੂੰ ਆਪਾਂ ਪਿੱਛੇ ਜਿਵੇਂ ਕਿ ਗੁਰੂ ਪਿਤਾ ਦੀ ਦਇਆ ਦਾ ਸਦਕਾ ਆਪ ਜੀ ਸਰਬੱਤ ਸੰਗਤਾਂ ਨੇ ਮਾਣਿਆ ਕਿ ਦੋਵਾਂ ਅਭਿਆਸਾਂ ਦੇ ਵਿੱਚ ਜਦੋਂ ਗੁਰੂ ਪਿਤਾ ਦੇ ਇਸ ਪੰਕਤੀ ਦਾ ਤੇ ਪਿਛਲੇ ਦੋ ਅਭਿਆਸਾਂ ਦਾ ਖਾਸ ਕਰਕੇ ਬਹੁਤ ਸੰਬੰਧ ਵਾ। ਜਿਵੇਂ ਗੁਰੂ ਪਿਤਾ ਬਖਸ਼ਿਸ਼ ਕਰਦੇ ਸੀ ਕਿ ਪਹਿਲੋਂ ਕਰਦੇ ਸੀ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਤੇ ਜਦੋਂ ਗੁਰੂ ਪਿਤਾ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਪਿਤਾ ਜੀ, ਕੂੜ ਰਾਜਾ ਤੇ ਕੂੜ ਹੀ ਪਰਜਾ ਤੇ ਕੂੜ ਹੀ ਸਭ ਸੰਸਾਰ ਕਿੱਦਾਂ ਹੋ ਜਾਂਦਾ। ਸੋ ਗੁਰੂ ਪਿਤਾ ਜੀ ਉਹ ਜਿਵੇਂ ਕਿ ਰਾਜਾ, ਜਿਵੇਂ ਕਿ ਅਸੀਂ ਆਮ ਤੌਰ 'ਤੇ ਅਰਥ ਕਰ ਲੈਂਦੇ ਹਾਂ ਕਿ ਜਿਹੜਾ ਕੋਈ ਦੇਸ਼ ਨੂੰ ਚਲਾਉਣ ਵਾਲਾ ਹੋਵੇ ਜਾਂ ਕੋਈ ਜੀ ਜਿਹੜੇ ਵੱਡੇ ਅਹੁਦਿਆਂ 'ਤੇ ਆ, ਵੀ ਉਹ ਜਦੋਂ ਉਹ ਹੀ ਕੂੜ ਹੋ ਜੇ ਤੇ ਫਿਰ ਜਿਹੜੀ ਪਰਜਾ ਵਾ ਥੱਲੇ ਉਹ ਵੀ ਕੂੜ ਹੋ ਜਾਂਦੀ ਹੈ ਤੇ ਸਾਰਾ ਸੰਸਾਰ ਹੀ ਕੂੜ ਹੋ ਜਾਂਦਾ। ਗੁਰੂ ਪਿਤਾ ਤੋਂ ਪੁੱਛਣ ਦੀ ਜਦੋਂ ਕੋਸ਼ਿਸ਼ ਕੀਤੀ ਸੀ ਕਿ ਗੁਰੂ ਪਿਤਾ ਜੀ ਇਹ ਕਿਉਂ ਕੂੜ, ਰਾਜਾ ਕੂੜ ਕਿਉਂ ਹੋ ਜਾਂਦਾ। ਗੁਰੂ ਪਿਤਾ ਇਹ ਹੋਈ ਕਿਉਂਕਿ ਕੂੜ ਰਾਜਾ ਹੀ ਕਿਉਂ ਸ਼ਬਦ ਗੁਰੂ ਪਿਤਾ ਜੀ ਆਪ ਜੀ ਵਰਤ ਰਹੇ ਹੋ, ਕੋਈ ਡੂੰਘੀ ਗੱਲ ਸਮਝਾ ਰਹੇ ਹੋ। ਤੇ ਗੁਰੂ ਪਿਤਾ ਨੇ ਇਹੋ ਸਮਝ ਬਖਸ਼ਿਸ਼ ਕੀਤੀ ਸੀ ਕਿ ਜਿਹੜਾ ਕੂੜ ਰਾਜਾ ਆ, ਜਿਹੜਾ ਰਾਜਾ ਆ, ਉਹ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖ, ਆਪਣੇ ਅੰਦਰ ਝਾਤੀ ਮਾਰ ਕੇ ਵੇਖ ਕਿ ਤੇਰਾ ਜਿਹੜਾ ਰਾਜਾ ਵਾ ਉਹ ਕੀ ਕਰ ਲਿਆ, ਕਿ ਵਾਕਿਆ ਉਹ ਬਹੁਤ ਇਨਸਾਫ ਕਰ ਰਿਹਾ ਵਾ। ਕਿ ਉਹ ਜਿਹੜਾ ਮਨ, ਜਿਹਨੂੰ ਅਸੀਂ ਮਨ ਕਹਿ ਲੈਂਦੇ ਹਾਂ, ਜਾਂ ਜਿਸ ਤਰ੍ਹਾਂ ਕਿ ਖਾਲਸਾ ਜੀ ਹੋਣੀ ਵੀ ਸਮਝਾਉਂਦੇ ਕਿ ਜਿਹੜੇ ਅਸੀਂ ਮਨ ਸ਼ਬਦ ਉਹਨੂੰ ਦੇ ਦਿੱਤਾ, ਜਿਹੜੇ ਸਾਡੇ ਖਿਆਲ ਹੁੰਦੇ ਆ, ਜਿਹੜੇ ਸਾਡੇ ਵਿਚਾਰ ਹੁੰਦੇ ਆ, ਉਹਨੂੰ ਹੀ ਇੱਕ ਮਨ ਦਾ ਸ਼ਬਦ ਦੇ ਦਿੰਦੇ ਹਾਂ। ਹੁੰਦੀ ਸਾਡੇ ਅੰਦਰ ਦੀ ਭਾਵਨਾ ਹੀ ਆ ਉਹ, ਜਿਹਨੂੰ ਅਸੀਂ ਮਨ ਸ਼ਬਦ ਬਣਾ ਇੱਕ ਮਨ ਕਹਿ ਦਿੰਦੇ ਹਾਂ। ਪਰ ਕੀ ਵਾਕਿਆ ਹੀ ਕਿ ਇਹ ਮਨ ਜਿਹੜਾ ਵਾ ਕਿ ਮਨ ਤੂੰ ਜੋਤ ਸਰੂਪ ਵਾਲੇ ਕੰਮ ਕਰ ਰਿਹਾ ਕਿ ਜਾਂ ਕੂੜ ਰਾਜਾ ਕੂੜ ਪਰਜਾ ਵਾਲੇ ਕੰਮ ਕਰ ਰਿਹਾ। ਤੇ ਜਦੋਂ ਵੇਖਦੇ ਕਿ ਇਹ ਮਨ ਰੂਪੀ ਹੀ ਜਦੋਂ ਸਾਡੇ ਖਿਆਲ ਉਹ ਕੂੜ ਵਾਲੇ ਹੋਣਗੇ, ਜਦੋਂ ਅਸੀਂ ਜੋ ਵੀ ਕਿਸੇ ਵੇਖ ਰਹੇ ਹਾਂ, ਜੋ ਸੁਣ ਰਹੇ ਹਾਂ, ਜੋ ਕਰ ਰਹੇ ਹਾਂ, ਸੋ ਜਦੋਂ ਮੈਂ ਆਪਣੇ ਵੱਲ ਝਾਤੀ ਮਾਰਦਾ ਸੀ ਤੇ ਜਦੋਂ ਮੇਰੇ ਉਹ ਵਿਚਾਰ ਹੀ ਕੂੜ ਵਾਲੇ ਆ, ਜਦੋਂ ਮੇਰਾ ਉਹ ਇੱਕ ਮੈਨੇ ਮਨ ਜਿਹੜਾ ਸੇਧ ਵਾ, ਜਿਹੜੀ ਮਨ ਨੇ ਜੋ ਦੇ ਰਿਹਾ ਵਾ, ਜੋ ਮੈਂ ਗ੍ਰਹਿਣ ਕਰ ਰਿਹਾ, ਜੋ ਵੇਖ ਰਿਹਾ, ਜੋ ਸੋਚ ਰਿਹਾ, ਕਿ ਉਹ ਕੂੜ ਵਾਲਾ ਵਾ ਕਿ ਜਾਂ ਮਨ ਤੋਂ ਜੋਤ ਸਰੂਪ ਵਾਲਾ ਆ। ਤੇ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰਦਾ ਸੀ ਤੇ ਫਿਰ ਮੈਨੂੰ ਵੇਖਣ ਨੂੰ ਮਿਲਦਾ ਸੀ ਕਿ ਹਾਂ, ਜਦੋਂ ਉਹ ਵਿਚਾਰ ਹੀ ਕੂੜ ਵਾਲੇ ਆ ਰਹੇ ਆ ਤੇ ਫਿਰ ਇੰਦਰੀਆਂ ਰੂਪ ਪਰਜਾ ਜਿਹੜੀ ਆ ਉਹਨੇ ਆਟੋਮੈਟਿਕ ਹੀ ਕੂੜ ਹੀ ਕਮਾਉਣਾ, ਕਿਉਂਕਿ ਉਹਨੂੰ ਮਿਲ ਹੀ ਕੂੜ ਰਿਹਾ, ਕਿਉਂਕਿ ਉਹਨੂੰ ਸੋਚ ਜਿਹੜੀ ਮਿਲ ਰਹੀ ਆ, ਜੋ ਪਿੱਛੋਂ ਉਹਨੂੰ ਮਿਲ ਰਿਹਾ ਵਾ, ਜਿਹੜਾ ਭੋਜਨ ਮਿਲ ਰਿਹਾ ਵਾ, ਉਹ ਸਹੀ ਨਹੀਂ ਮਿਲ ਰਿਹਾ। ਇਸ ਕਰਕੇ ਇਸ ਕਰਕੇ ਉਹ ਜਿਹੜੀਆਂ ਇੰਦਰੀਆਂ ਵੀ ਆ ਫਿਰ ਉਹੋ ਹੀ ਕੁਝ ਕਰਦੀਆਂ ਵਾ ਜੋ ਉਹਨਾਂ ਨੂੰ ਆਹਾਰ ਮਿਲ ਰਿਹਾ ਹੁੰਦਾ। ਤੇ ਫਿਰ ਜਿਹੜਾ ਸਾਰਾ ਸਰੀਰ ਰੂਪੀ ਆ ਸੰਸਾਰ ਵਾ ਵੀ ਇਹ ਵੀ ਸਾਰਾ ਕੂੜ ਹੀ ਹੋ ਜਾਂਦਾ। ਜਿਵੇਂ ਕਿ ਅਸੀਂ ਸੋਚ ਰਹੇ ਸੀ ਕਿ ਇੱਕ ਬੜੀ ਕਹਾਵਤ ਹੁੰਦੀ ਸੀ ਨਾ ਵੀ ਇਹ ਨਹੀਂ ਵੀ ਇਹ ਖੂਨ ਹੀ ਗੰਦਾ, ਜਿਸ ਤਰ੍ਹਾਂ ਕਹਿ ਦਿੰਦੇ ਜਿਹੜਾ ਕੋਈ ਮਾੜਾ ਗਲਤ ਕੰਮ ਕਰੇ, ਜ਼ਿਆਦਾ ਕੋਈ ਮਾੜਾ ਕੰਮ ਤੇ ਕਹਿ ਦਿੰਦੇ ਨਹੀਂ ਇਹਦਾ ਖੂਨ ਹੀ ਗੰਦਾ ਵਾ ਨਾ। ਸੋ ਉਹ ਖੂਨ ਜਿਸ ਤਰ੍ਹਾਂ ਕਿ ਉਹ ਵੀ ਸਾਰਾ ਸੰਸਾਰ ਹੀ, ਜਿਸ ਤਰ੍ਹਾਂ ਕਿ ਸਾਰੀ ਰਗ ਹਰ ਇੱਕ ਸਰੀਰ ਦੇ ਵਿੱਚ ਖੂਨ ਉਹ ਚੱਲਦਾ ਤੇ ਉਹ ਇੰਦਰੀਆਂ ਦੇ ਥਰੂ ਅਸੀਂ ਸਾਰਾ ਜਿੰਨਾ ਵੀ ਸਾਡਾ ਸਰੀਰ ਰੂਪੀ ਉਹ ਸਾਰਾ ਇੱਕ ਜਿੰਨਾ ਵੀ ਆ ਉਹ
ਇੱਕ ਸੰਸਾਰ ਰੂਪੀ ਸਰੀਰ ਜਿਹੜਾ ਉਹ ਸਾਰਾ ਫਿਰ ਕੂੜ ਹੀ ਕਮਾਉਣ ਲੱਗ ਪੈਂਦਾ। ਅਤੇ ਜਦੋਂ ਕੂੜ ਹੀ ਸਭ ਕੁਝ ਕਮਾਉਣ ਡਿਆ ਤੇ ਫਿਰ ਉੱਥੇ ਇੱਕ ਕੁਐਸਚਨ ਵੀ ਖੜਾ ਹੁੰਦਾ ਪਏ। ਫਿਰ ਜਦੋਂ ਅਗਲੇ ਅਭਿਆਸ 'ਤੇ ਜਦੋਂ ਜਾਈਦਾ ਸੀ ਤੇ ਫਿਰ ਉਹਦੇ ਉੱਤੇ ਗੁਰੂ ਪਿਤਾ ਕਹਿੰਦੇ ਸੀ ਵੀ ਜਦੋਂ ਉਸ ਅਭਿਆਸ 'ਤੇ ਗਏ ਤੇ ਜਦੋਂ ਉਸ ਨੂੰ ਵਾਚਣ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੂੰ ਸੋਚਣ ਦੀ ਕੋਸ਼ਿਸ਼ ਕੀਤੀ ਵੀ ਇਹਦੇ ਵਿੱਚ ਗੁਰੂ ਪਿਤਾ ਕੀ ਕਹਿ ਰਹੇ, ਉੱਥੇ ਗੁਰੂ ਪਿਤਾ ਸੱਚ ਦੀ ਗੱਲ ਕਰ ਰਹੇ ਆ। ਪਹਿਲੋਂ ਕੂੜ ਦੀ ਗੱਲ ਕਰ ਰਹੇ ਹੁੰਦੇ, ਫਿਰ ਉਹ ਕਹਿ ਲਓ ਕਿ ਉੱਥੇ ਅੱਗੇ ਜਾ ਕੇ ਸੱਚ ਦੀ ਗੱਲ ਕਰ ਰਹੇ ਹੁੰਦੇ ਆ। ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਸੋ ਕੂੜ ਕੀ ਮਲ ਉਤਰੇ ਤਨ ਕਰੇ ਸ਼ਤ। ਜਦੋਂ ਉਸ ਚੀਜ਼ ਨੂੰ ਵੇਖੀਦਾ ਸੀ, ਵਿਚਾਰੀਦਾ ਸੀ ਵੀ ਉਹ ਕਿਹੜਾ ਸੱਚ, ਸੱਚ ਤਾਂ ਪਰ ਜਾਣੀ ਜਾਂ ਹਿਰਦੇ, ਵੀ ਉਹ ਫਿਰ ਸੱਚ ਤਾਂ ਹੀ ਹੋ ਸਕਦਾ ਜੇ ਹਿਰਦੇ 'ਚ ਸੱਚ ਹੋਊਗਾ, ਜੇ ਆਪਣੇ ਕੋਲ ਸੱਚ ਹੋਊਗਾ, ਜੇ ਅਸੀਂ ਸੱਚ 'ਤੇ ਚੱਲਦੇ ਹੋਵਾਂਗੇ ਤੇ ਉਹ ਕੂੜ ਦੀ ਮੱਲ 'ਤੇ ਤਾਂ ਹੀ ਉਤਰ ਸਕਦੀ। ਫਿਰ ਗੁਰੂ ਪਿਤਾ ਤੋਂ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ, ਗੁਰੂ ਪਿਤਾ ਜੀ ਸੱਚ ਹੈ ਕੀ? ਤੇ ਅਸੀਂ ਬੜੇ ਸਮਾਂ ਪਹਿਲਾਂ ਦੀ ਗੱਲ ਹੈ ਕਿ ਅਸੀਂ ਇਸ ਤਰ੍ਹਾਂ ਹੀ ਉਦੋਂ ਵੀ ਕਿਸੇ ਅਭਿਆਸ ਵਿੱਚ ਹੀ ਅਸੀਂ ਤੇ ਸਾਨੂੰ ਅਸੀਂ ਗੁਰੂ ਪਿਤਾ ਤੋਂ ਉਦੋਂ ਵੀ ਇਹ ਸ਼ਬਦ ਪੁੱਛਣ ਦੀ ਕੋਸ਼ਿਸ਼ ਕੀਤੀ, ਗੁਰੂ ਪਿਤਾ ਜੀ ਸੱਚ ਹੈ ਕੀ? ਜਿਹੜਾ ਉਸ ਟਾਈਮ ਗੁਰੂ ਪਿਤਾ ਨੇ ਜਦੋਂ ਉਸ ਟਾਈਮ ਸਮਝਾਇਆ ਸੀ ਕਿ ਉਹ ਹੁਣ ਇਸ ਟਾਈਮ ਵਾਲਾ ਕੁਝ ਚੇਤਾ ਵੀ ਨਹੀਂ ਸੀ, ਪਰ ਜਦੋਂ ਇਹ ਚੀਜ਼ ਪੁੱਛੀ ਗੁਰੂ ਪਿਤਾ ਜੀ ਸੱਚ ਹੈ ਕੀ, ਤੇ ਮੈਨੂੰ ਯਕਦਮ ਉਹ ਚੀਜ਼ ਸਾਰੀ ਚੇਤੇ ਆ ਗਈ। ਉਹ ਅਭਿਆਸ ਜਦੋਂ ਚੇਤੇ ਆਇਆ ਕਿ ਗੁਰੂ ਪਿਤਾ ਨੇ ਇੱਕ ਵਾਰੀ ਇਹ ਵੀ ਸਮਝਾਇਆ ਕਿ ਸੱਚ ਹੈ ਕਿ, ਉਹ ਫਿਰ ਜਿਸ ਤਰ੍ਹਾਂ ਇੱਕ ਵਾਰੀ ਮੇਰੇ ਮਨ ਦੇ ਵਿੱਚ ਸਭ ਕੁਝ ਉਹ ਚੱਲਿਆ। ਉਸ ਟਾਈਮ ਗੁਰੂ ਪਿਤਾ ਤੋਂ ਪੁੱਛਿਆ ਸੀ, ਗੁਰੂ ਪਿਤਾ ਜੀ ਸੱਚ ਕੀ ਹੈ? ਤੇ ਗੁਰੂ ਪਿਤਾ ਜੀ ਨੇ ਉਹ ਬਖਸ਼ਿਸ਼ ਕੀਤੀ ਸੀ ਕਿ ਤੂੰ ਸੱਚ ਕਿਹਨੂੰ ਮੰਨਦਾ, ਤੇਰੀ ਦੀ ਸੱਚ ਕੀ ਹੈ? ਤੇ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰੀ ਤੇ ਅਸੀਂ ਆਖਿਆ, ਗੁਰੂ ਪਿਤਾ ਜੀ ਮੈਂ ਤਾਂ ਸੱਚ ਮੰਨਦਾ ਵੀ ਮੇਰਾ ਆ ਘਰ ਵਾ, ਬਾਹਰ ਆ ਮੇਰੀ ਘਰ ਦੀ ਆ ਮੇਰੇ ਬੱਚੇ ਆ ਮੇਰਾ ਮਾਂ ਪਿਓ ਆ ਮੇਰੀ ਜੋਬਸ, ਸਭ ਕੁਝ ਨੂੰ ਅਸੀਂ ਮੈਂ ਤੇ ਇਹਨੂੰ ਸੱਚ ਮੰਨ ਕੇ ਬੈਠਾ ਵਾਂ। ਤੇ ਗੁਰੂ ਪਿਤਾ ਨੇ ਇਹ ਵੀ ਸਮਝ ਬਖਸ਼ਿਸ਼ ਕੀਤੀ ਸੀ ਕਿ ਨਹੀਂ, ਇਹਦੇ ਤੋਂ ਉੱਤੇ ਵੀ ਇੱਕ ਹੋਰ ਵਾ ਜਿਹਨੂੰ ਅਸੀਂ ਸਰੀਰ ਕਹਿੰਦੇ ਆ, ਤੂੰ ਇਹਨੂੰ ਵੀ ਸੱਚ ਮੰਨ ਕੇ ਬੈਠਾ। ਤੇ ਜਦੋਂ ਉਸ ਟਾਈਮ 'ਤੇ ਉਹ ਚੀਜ਼ ਘਟਨਾ ਵਾਪਰੀ ਸੀ ਤੇ ਉਹ ਹੁਣ ਮੈਂ ਉਸ ਢੰਗ ਦੇ ਨਾਲ ਬਿਆਨ ਤਾਂ ਨਹੀਂ ਕਰ ਸਕਦਾ, ਪਰ ਵਾਕਿਆ ਹੀ ਇੱਕ ਜਿਸ ਤਰ੍ਹਾਂ ਕਿ ਉਹ ਇੱਕ ਅੰਦਰ ਨੂੰ ਜੋ ਰੌਂ ਮਿਲੀ, ਜੋ ਖੇੜਾ ਮਿਲਿਆ ਵੀ ਵਾਕਿਆ ਹੀ ਕਿੰਨਾ ਕੁਛ ਇਹ ਸਰੀਰ ਤੋਂ ਹੀ ਚੱਲ ਰਿਹਾ, ਜੋ ਨਾ ਵਕਾਰ ਆ ਸਭ ਸਰੀਰ ਤੋਂ ਹੀ ਚੱਲ ਰਿਹਾ, ਇਹ ਸਰੀਰ ਕਰਕੇ ਹੀ ਸਾਰਾ ਭਰਮ ਆ। ਸੋ ਸਭ ਕੁਝ ਮੰਨ ਕੇ ਬੈਠਾ ਵਾਂ ਵੀ ਇਹ ਹੈ ਨਹੀਂ ਗਾ ਜਿਸ ਤਰ੍ਹਾਂ ਸਭ ਕੁਝ ਇਹੋ ਹੀ ਨਹੀਂ ਹੈ, ਸਭ ਕੁਝ ਹੋ ਰਿਹਾ ਸੱਚ ਨਾਲ। ਸੋ ਜਿਵੇਂ ਜਿਸ ਢੰਗ ਨਾਲ ਤਰੀਕੇ ਨਾਲ ਉਸ ਟਾਈਮ ਗੁਰੂ ਪਿਤਾ ਨੇ ਸੋਝੀ ਬਖਸ਼ਿਸ਼ ਕੀਤੀ ਵੀ, ਤੇ ਜਦੋਂ ਉਹ ਵਿਚਾਰਿਆ ਵੀ ਵਾਕਿਆ ਹੀ ਇਹ, ਤੇ ਉਹ ਚੀਜ਼ ਮੈਨੂੰ ਫਿਰ ਜਿਸ ਤਰ੍ਹਾਂ ਕਿ ਗੁਰੂ ਪਿਤਾ ਨੇ ਫਿਰ ਉਹ ਯਾਦ ਕਰਾਈ ਵੀ ਉਹ ਸੱਚ ਕੀ ਆ ਨਾ, ਇਹ ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚ। ਜਦੋਂ ਉਹ ਹੀ ਜਾਣ ਸਕਦਾ ਕਿ ਸੱਚ ਕੀ ਆ, ਕਿ ਜਿਹੜਾ ਤੁਰਿਆ ਹੀ ਉਹ ਸੱਚ ਦੇ ਉੱਤੇ ਆ, ਜਿਹਦੇ ਲਈ ਹੈ ਹੀ ਸਭ ਕੁਝ ਸੱਚ ਆ। ਸੱਚ ਇੱਕ ਮਤਲਬ ਵੀ ਇਹ ਨਹੀਂ ਕਿ ਉਹਨੇ ਕੋਈ ਦੋ ਚੀਜ਼ਾਂ ਬਣਾਈਆਂ, ਉਹਦੇ ਲਈ ਹੈ ਹੀ ਸਭ ਕੁਝ ਸੱਚ ਆ। ਉਹਦੇ ਲਈ ਕੋਈ ਉਹਨੂੰ ਇੱਕ ਉਹ ਸੱਚ ਉਸ ਚੀਜ਼ ਨੂੰ ਜਿਸ ਤਰ੍ਹਾਂ ਜਾਣ ਲਈਦਾ ਕਿ ਜਿਸ ਤਰ੍ਹਾਂ ਕਿ ਇੱਕ ਖੇਡ ਆ ਚੱਲਣ ਡਈ ਆ, ਬਸ ਉਹ ਜੋ ਹੋਇਆ ਚੱਲਣ ਡਈ ਆ ਸੱਚ ਆ। ਸੋ ਫਿਰ ਜਦੋਂ ਇਸ ਸ਼ਬਦ 'ਤੇ ਆਈਦਾ ਸੀ ਵੀ ਗੁਰੂ ਪਿਤਾ, ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਗੁਰੂ ਪਿਤਾ ਉਸ ਚੀਜ਼ ਦੀ ਗੱਲ ਕਰ ਰਹੇ ਆ ਕਿ ਉਹਨਾਂ ਜੀਆਂ ਦੀ ਜਿਹੜੀ ਆ ਕਿ ਦਾਨ ਮਹਿੰਡਾ ਤਲੀ ਖਾਕ ਦੀ ਗੱਲ ਕਰ ਰਹੇ ਆ ਕਿ ਜਿਹੜੇ ਉਹ ਸੱਚ 'ਤੇ ਚੱਲਦੇ ਆ, ਜਿਹੜੇ ਉਹ ਸੱਚ 'ਤੇ ਪਹਿਰਾ ਦਿੰਦੇ, ਉਹ ਸੱਚ ਨੂੰ ਜਿਨ੍ਹਾਂ ਨੇ ਜਿਨ੍ਹਾਂ ਪਾ ਲਿਆ ਉਹ ਸੱਚ ਨੂੰ, ਜਿਨ੍ਹਾਂ ਨੇ ਉਹ ਸੱਚ ਦੇ ਦਰਸ਼ਨਾਂ 'ਚ ਉਤਰ ਗਏ, ਜਿਹੜੇ ਸੱਚ ਨੂੰ ਉਹ ਸੱਚ 'ਤੇ ਚੱਲਦੇ ਆ। ਸੋ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਵੀ ਜਿਵੇਂ ਉਹਨਾਂ ਦੀ ਜੇ ਚਰਨਾਂ ਦੀ ਧੂੜ, ਉਹਨਾਂ ਦੀ ਖਾਕ ਵੀ ਜਿੱਥੋਂ ਦੀ ਉਹ ਜਿੱਥੇ ਪੈਰ ਵੀ ਰੱਖ ਦਿੰਦੇ ਨੇ, ਜਿੱਥੋਂ ਦੀ ਉਹ ਲੰਘ ਜਾਂਦੇ, ਜੇ ਉਹ ਮਿਲ ਜਾਵੇ ਤੇ ਕਿਤੇ ਮਸਤਕ ਨੂੰ ਲਾਉਣ ਲਈ ਮਿਲ ਜਾਵੇ। ਸੋ ਗੁਰੂ ਪਿਤਾ ਇਹ ਬਖਸ਼ਿਸ਼ ਕਰਨੇ ਕਿ ਉਹ ਕਿਤੇ ਗੁਰੂ ਪਿਤਾ ਜੀ ਉਹਨਾਂ ਜਿਹੜੇ ਇਸ ਤਰ੍ਹਾਂ ਸੱਚ 'ਤੇ ਚੱਲਦੇ ਨੇ ਕਿ ਉਹਨਾਂ ਦੀ ਜੇ ਕਿਤੇ ਦਾਨ ਮਿਲ ਜਾਵੇ, ਕਿਤੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ। ਤੇ ਗੁਰੂ ਪਿਤਾ ਜੀ ਦਾਨ ਹੁੰਦਾ ਕੀ ਹੈ? ਦਾਨ ਹੀ ਕਿਉਂ ਸ਼ਬਦ ਵਰਤਿਆ ਗੁਰੂ ਪਿਤਾ ਨੇ? ਤੇ ਜਦੋਂ ਇਸ ਚੀਜ਼ ਦੀ ਗੁਰੂ ਪਿਤਾ ਤੋਂ ਪੁੱਛਣ ਦੀ ਕੋਸ਼ਿਸ਼ ਕਰਨੇ ਕਿ ਗੁਰੂ ਪਿਤਾ ਜੀ ਦਾਨ ਹੀ ਕਿਉਂ ਆਪ ਜੀਆਂ ਨੇ ਸ਼ਬਦ ਵਰਤਿਆ, ਤੇ ਗੁਰੂ ਪਿਤਾ ਜੀ
ਇਹੋ ਸਮਝ ਕਰ ਰਹੇ ਵੀ ਉਹ ਜਿਹੜੀ ਬਖਸ਼ਿਸ਼ ਆ ਉਹ ਦਾਨ ਵਜੋਂ ਹੀ ਮਿਲਦੀ ਆ, ਉਹ ਮੁੱਲ ਨਹੀਂ ਖਰੀਦੀ ਜਾਂਦੀ, ਉਹ ਕਿਤੇ ਉਹ ਤੁਸੀਂ ਮੁੱਲ ਪੈਸੇ ਦੇ ਕੇ ਨਹੀਂ ਲੈ ਸਕਦੇ। ਉਹ ਜਦੋਂ ਮਿਲਦੀ ਹੈ, ਜੇ ਉਹ ਮਿਲੇ ਤਾਂ ਉਹ ਦਾਨ ਨੂੰ ਹੀ ਮਿਲਦੀ ਆ। ਉਹ ਗੁਰੂ ਪਿਤਾ ਜਿੱਥੇ ਇੰਨੀਆਂ ਚੀਜ਼ਾਂ ਹੋਰ ਦਾਨ ਵਜੋਂ ਸਾਨੂੰ ਦੇ ਰਹੇ, ਹਵਾ, ਪਾਣੀ, ਸੂਰਜ, ਧੁੱਪ, ਜੋ ਵੀ ਆ, ਉਹ ਵੀ ਇਸ ਤਰ੍ਹਾਂ ਦਾਨ ਨੂੰ ਹੀ ਮਿਲੂਗੀ। ਅਤੇ ਉਹ ਦਾਨ ਤਾਂ ਸ਼ਬਦ ਵਰਤਿਆ ਗੁਰੂ ਪਿਤਾ ਨੇ ਸਾਨੂੰ ਇਸ ਤਰ੍ਹਾਂ ਸਮਝਾਈ ਕਿ ਉਹ ਜੇ ਉਹ ਵੀ ਉਹ ਚਰਨਾਂ ਦੀ ਖਾਕ ਜੇ ਦਾਨ ਵਜੋਂ ਕਿਤੇ ਮਿਲ ਜੇ, ਕਿਤੇ ਉਹ ਮਸਤਕ ਨੂੰ ਲੱਗ ਜੇ ਅਤੇ ਕਿਤੇ ਤੋ ਮਿਲੇ ਤਾਂ ਮਸਤਕ ਲਾਈਏ। ਅਤੇ ਜਦੋਂ ਉਹ ਮਸਤਕ ਨੂੰ ਲਾਉਂਦੇ ਹਾਂ, ਜਦੋਂ ਉਹ ਮਸਤਕ ਨੂੰ ਲੱਗਣੀ ਆ ਅਤੇ ਦਾਨ ਮਿਲਣਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਧਿਆਈਏ। ਸੋ ਜਦੋਂ ਉਸ ਚੀਜ਼ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਸੀ ਕਿ ਜੇ ਮਿਲੇ ਤਾਂ ਮਸਤਕ ਲਾਈਏ, ਅਤੇ ਮਸਤਕ ਹੀ ਕਿਉਂ ਗੁਰੂ ਪਿਤਾ ਨੇ ਸ਼ਬਦ ਵਰਤਿਆ ਵੀ ਮਸਤਕ ਕਿਉਂ ਲਾਈਏ। ਅਤੇ ਜਦੋਂ ਅਸੀਂ ਇਸ ਚੀਜ਼ ਬਾਰੇ ਸੁਣਿਆ ਵੀ ਮਸਤਕ ਹੀ ਯੂਜ ਕਿਉਂ ਕੀਤਾ, ਅਤੇ ਅਸੀਂ ਵਿਚਾਰਨ ਰਹੇ ਸੀ ਕਿ ਮਸਤਕ ਦਾ ਇੱਕ ਬੜਾ ਜਿਸ ਤਰ੍ਹਾਂ ਗਹਿਰਾ ਸੰਬੰਧ ਹੁੰਦਾ ਸਾਰੇ ਸਰੀਰ ਦੇ ਨਾਲ। ਜਦੋਂ ਅਸੀਂ ਕਿਸੇ ਵੱਲ ਵੇਖਦੇ ਹਾਂ ਅਤੇ ਸਾਡੇ ਸਭ ਤੋਂ ਪਹਿਲੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜੋ ਕਿਸੇ ਵੀ ਚੀਜ਼ ਵੱਲ ਵੇਖਿਆ ਅਤੇ ਇੱਥੇ ਕੁਝ ਜਿਸ ਤਰ੍ਹਾਂ ਸਾਨੂੰ ਐਂ ਲੱਗਦਾ ਕਿ ਕਲਿੱਕ ਹੁੰਦਾ, ਜਿਸ ਤਰ੍ਹਾਂ ਆਪਾਂ ਕਿਤੇ ਵੀ ਵੇਖਦੇ ਹਾਂ ਅਤੇ ਉਹ ਐਂ ਲੱਗਦਾ ਜਿਸ ਤਰ੍ਹਾਂ ਮੱਥੇ 'ਤੇ ਕਲਿੱਕ ਹੁੰਦਾ ਕੁਝ। ਜੇ ਅਸੀਂ ਚੰਗੀ ਚੀਜ਼ ਗ੍ਰਹਿਣ ਕਰਦੇ ਹਾਂ ਤਾਂ ਵੀ ਉੱਥੇ ਕੁਝ ਹੁੰਦਾ। ਜੇ ਅਸੀਂ ਗੁੱਸੇ 'ਚ ਹੁੰਦੇ ਹਾਂ ਅਤੇ ਜਿਸ ਤਰ੍ਹਾਂ ਸਾਡੇ ਮੱਥੇ 'ਤੇ ਵੀ ਤਿਊੜੀਆਂ ਪੈ ਜਾਂਦੀਆਂ ਹੁੰਦੀਆਂ, ਅਸੀਂ ਕਿੰਨਾ ਗੁੱਸੇ 'ਚ ਆ ਜਾਂਦੇ ਹਾਂ। ਕੋਈ ਵੀ ਚੀਜ਼ ਨੂੰ, ਜਿਹੇ ਵੀ ਚੀਜ਼ ਨੂੰ ਅਸੀਂ ਗ੍ਰਹਿਣ ਕਰਦੇ ਹਾਂ ਤਾਂ ਸਭ ਤੋਂ ਪਹਿਲੋਂ ਅਸਰ ਹੀ ਜਿਸ ਤਰ੍ਹਾਂ ਉਹ ਮਸਤਕ 'ਤੇ ਹੁੰਦਾ, ਅਤੇ ਉਹਦੇ ਤੋਂ ਫਿਰ ਜਿਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਲੱਗਣ ਡਿਆ ਜਿਸ ਤਰ੍ਹਾਂ ਸਾਰੇ ਸਰੀਰ ਨੂੰ ਐਨਰਜੀ, ਸਾਰੇ ਸਰੀਰ ਨੂੰ ਉਹਦੇ ਉੱਤੋਂ ਕੁਝ ਮਿਲਦਾ ਵਾ। ਅਤੇ ਫਿਰ ਇਸ ਕਰਕੇ ਜਿਹੜਾ ਗੁਰੂ ਪਿਤਾ ਨੇ ਹੋ ਸਕਦਾ ਕਿ ਇਹ ਸ਼ਬਦ ਤਾਂ ਵਰਤਿਆ ਕਿ ਜੇ ਮਿਲੇ ਤਾਂ ਮਸਤਕ ਹੀ ਲਾਈਏ, ਵੀ ਉੱਥੋਂ ਹੀ ਸਭ ਕੁਝ ਨਾ ਉਹਦੇ ਉੱਤੇ ਲੱਗ ਜੇ। ਅਤੇ ਜਦੋਂ ਇਹ ਚੀਜ਼ ਨੂੰ ਗੁਰੂ ਪਿਤਾ ਨੇ ਬਖਸ਼ਿਸ਼ ਕਰਕੇ ਜਦੋਂ ਉਹ ਦਾਨ, ਇਹੋ ਜਿਹਾ ਦਾਨ ਬਖਸ਼ਿਸ਼ ਕੀਤਾ, ਉਹ ਜੀਆਂ ਦੀ ਚਰਨ ਧੂੜ ਜਦੋਂ ਸਾਡੇ ਮਸਤਕ ਨੂੰ ਮਿਲੂਗੀ ਅਤੇ ਇੱਕ ਐਟੋਮੈਟਿਕਲੀ ਜਿਹੜਾ ਇੱਕ ਸਰੀਰ ਨੂੰ ਜੋ ਮਿਲਣਾ ਵਾ, ਉਹੀ ਜੀ ਸੋਚ ਸਕਦਾ ਕਿ ਜਿਹਨੂੰ ਉਹ ਚੀਜ਼ ਮਿਲਦੀ ਹੈ, ਜਿਹਦੇ ਮਸਤਕ ਨੂੰ ਲੱਗਦੀ ਹੈ, ਉਹੀ ਉਹ ਚੀਜ਼ ਨੂੰ ਮਾਣ ਸਕਦਾ, ਉਹੀ ਉਹ ਸਰੀਰ, ਉਹ ਚੀਜ਼ ਨੂੰ ਉਹਨੂੰ ਹੀ ਉਹਦੀ ਕੀਮਤ ਦਾ ਪਤਾ, ਉਹੀ ਜਾਣ ਸਕਦਾ ਵੀ ਉਹ ਕੀ ਚੀਜ਼ ਬਣਦੀ ਹੈ, ਕੀ ਹੁੰਦਾ ਹੈ ਜਦੋਂ ਮਸਤਕ ਨੂੰ ਲੱਗਦੀ ਹੈ। ਅਤੇ ਫਿਰ ਜਦੋਂ ਮਸਤਕ ਨੂੰ ਲੱਗਦੀ, ਜਦੋਂ ਚੰਗੇ ਉਹੋ ਜਿਹੇ ਜੀਆਂ ਦੀ ਮਸਤਕ ਨੂੰ ਧੂੜੀ ਮਿਲਦੀ ਆ, ਅਤੇ ਫਿਰ ਕੂੜਾ ਲਾਲਚ ਛੱਡੀਏ, ਹੋਏ ਇੱਕ ਮਲ ਅਲਖ ਧਿਆਈਏ। ਫਿਰ ਜਿਹੜਾ ਲਾਲਚ ਵਾ, ਜਿਹੜਾ ਕੂੜ ਦਾ ਲਾਲਚ ਵਾ, ਫਿਰ ਉਹ ਛੁੱਟ ਜਾਂਦਾ ਉਸ ਟਾਈਮ, ਕਿਉਂਕਿ ਉਦੋਂ ਫਿਰ ਕਹਿੰਦਾ ਕਿ ਇਹੋ ਜਿਹਾ ਜੀਵਨ ਹੋਣਾ ਚਾਹੀਦਾ, ਇਹੋ ਜਿਹਾ ਹੀ ਗੁਰੂ ਪਿਤਾ ਸਾਨੂੰ ਜੀਵਨ ਬਖਸ਼ਿਸ਼ ਕਰੋ, ਇਹੋ ਜਿਹੀ ਗੁਰੂ ਪਿਤਾ ਸਾਨੂੰ ਸੋਝੀ ਬਖਸ਼ੋ, ਇਹੋ ਜਿਹੇ ਗੁਣ ਆਪਣੇ ਬਖਸ਼ਿਸ਼ ਕਰੋ ਗੁਰੂ ਪਿਤਾ। ਸੋ ਉਹ ਜਿਹੜੀ ਮਸਤਕ ਜਦੋਂ ਜੋ ਕੂੜਾ ਲਾਲਚ ਛੱਡਣਾ ਅਤੇ ਇੱਕ ਮਲ ਅਲਖ ਧਿਆਈਏ, ਅਤੇ ਉਹ ਚੀਜ਼ ਗੁਰੂ ਪਿਤਾ ਜਿਹੜੀ ਉਹਨਾਂ ਜੀਆਂ ਦੇ ਕੋਲ ਜਿਹੜੀ ਉਹ ਗੁਣਾਂ ਦੀ ਬਹੁਤ ਕੀਮਤੀ ਗੁਣ ਨੇ, ਉਹ ਮਿਲ ਜਾਣ ਕਿਤੇ। ਸੋ ਉਹ ਜੇ ਕਿਤੇ ਮਿਲ ਜਾਣ ਅਤੇ ਉਹ ਇੱਕ ਗੁਣਾਂ ਦੀ ਵੀ ਖਾਕ ਦੀ ਇੱਕ ਜਿਹੜੀ ਉਹ ਗੁਣ ਮਿਲਦੇ ਆ, ਅਤੇ ਉਹ ਵੀ ਇੱਕ ਦਾਨ ਹੀ ਆ, ਉਹ ਵੀ ਦਾਨ ਮਿਲਦਾ ਤਲੀ, ਉਹ ਵੀ ਤਲੀ ਖਾਕ ਨੂੰ ਘੱਟ ਨਹੀਂ ਹੈਗੀ। ਉਹ ਇੱਕ ਗੁਣ ਪ੍ਰਗਟ ਹੋ ਜਾਣ ਗੁਰੂ ਪਿਤਾ ਕਿ ਉਹ ਜਿਹੜੀ ਜਦੋਂ ਸਾਡੇ ਅੰਦਰ ਉਸ ਤਰ੍ਹਾਂ ਜੀਵਨ ਸਾਡਾ ਵੀ ਚੱਲ ਸਕੇ, ਜਿਸ ਤਰ੍ਹਾਂ ਉਹ ਮਹਾਂਪੁਰਖ, ਜਿਵੇਂ ਕਿ ਜਿੰਨੇ ਵੀ ਮਹਾਂਪੁਰਖਾਂ ਕਮਾਈ ਕਰਦੇ ਨੇ, ਜਿਵੇਂ ਕਿ ਬੰਦਗੀ ਕਰਦੇ ਨੇ, ਉਹ ਹਰ ਇੱਕ ਨੂੰ ਆਪਣਾ ਸਮਝਦੇ ਨੇ, ਸਾਰੇ ਸੰਸਾਰ ਨੂੰ ਆਪਣਾ ਸਮਝਦੇ ਨੇ, ਉਹਦੇ ਮਨ 'ਚ ਕੋਈ ਵਿਤਕਰਾ ਨਹੀਂ। ਉਹ ਕਿੱਡੇ ਤਗੜੇ ਗੁਣ ਨੇ, ਜਦੋਂ ਉਹ ਮਿਲ ਜਾਣ ਅਤੇ ਉਹ ਵੀ ਕਿਤੇ ਉਹ ਗੁਣ ਵੀ ਇੱਕ ਗੁਣ ਰੂਪੀ ਵੀ ਉਹ ਜਿਹੜਾ ਵਾ ਸਾਨੂੰ ਚਰਨ ਧੂੜ ਜਿਹੜੀ ਉਹ ਵੀ ਮਿਲ ਜੇ ਕਿਤੇ, ਵੀ ਇਸ ਤਰ੍ਹਾਂ ਦੇ ਹੋ ਸਕੀਏ। ਅਤੇ ਜਦੋਂ ਉਹ ਮਿਲ ਜਾਂਦੀ, ਫਿਰ ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਧਿਆਈਏ। ਵੀ ਜਿਹੜਾ ਕੂੜ ਦਾ ਲਾਲਚ ਆ ਜਿਹੜਾ ਸਾਡੇ ਮਨ ਦੇ ਵਿੱਚ, ਅਤੇ ਉਹ ਗੁਰੂ ਪਿਤਾ ਕਹਿੰਦੇ ਨੇ ਕਿ ਫਿਰ ਉਹ ਤਾਂ ਛੱਡਣਾ ਪੈਣਾ। ਉਹ ਤਾਂ ਕੂੜ ਜਿਹੜਾ ਜਿੰਨਾ ਕੁਛ ਮੰਨਿਆ, ਜੋ ਕੁਛ ਧਾਰਨ ਕੀਤਾ, ਫਿਰ ਜੇ ਉਹੋ ਜਿਹਾ ਜੀਵਨ ਕਮਾਉਣਾ, ਉਹੋ ਜਿਹਾ ਜੀਵਨ ਬਣਾਉਣਾ, ਅਤੇ ਫਿਰ ਉਹੋ ਜਿਹੇ ਜੀਵਨ ਵਾਸਤੇ ਇਹ ਲਾਲਚ ਤੇ ਛੱਡਣੇ ਪੈਣੇ। ਕੂੜਾ ਲਾਲਚ ਛੱਡੀਏ, ਛੱਡ ਕੇ ਫਿਰ ਕੀ ਬਣੇ, ਇੱਕ ਮਨ ਅਲਖ ਧਿਆਈਏ। ਫਿਰ ਗੁਰੂ ਪਿਤਾ ਤੋਂ ਬੇਨਤੀ ਕਰਨੀ, ਗੁਰੂ ਪਿਤਾ ਇੱਕ ਮਨ ਅਲਖ ਕੀ ਹੁੰਦਾ, ਇੱਕ ਮਨ ਕਿੱਦਾਂ ਧਿਆਇਆ ਜਾਵੇ, ਉਹ ਇੱਕ ਮਨ ਹੁੰਦਾ ਕੀ ਗੁਰੂ ਪਿਤਾ ਜੀ। ਸੋ ਗੁਰੂ ਪਿਤਾ ਜੀ ਸਮਝ ਇਹੋ ਬਖਸ਼ਿਸ਼ ਕਰ ਰਹੇ ਵੀ ਜਿਹੜਾ ਇੱਕ ਮਨ ਹੁੰਦਾ ਆ, ਕਿ ਜਿਸ ਤਰ੍ਹਾਂ ਉਹ ਇੱਕ ਦੀ ਹੀ ਖੇਡ ਵੇਖੀ ਜਾਵੇ,
ਉਹਨੂੰ ਜੋ ਕੁਝ ਵੀ ਦਿਖ ਰਿਹਾ ਉਹਨੂੰ ਵਾਹਿਗੁਰੂ ਸਤਿਗੁਰੂ ਜੀ ਦੀ ਇੱਕ ਖੇਡ ਸਮਝ ਕੇ ਜਾਣਿਆ ਜਾਵੇ ਵੀ ਇਸ ਜੋ ਕੁਝ ਵੀ ਹੋ ਰਿਹਾ ਵਾ, ਕੋਈ ਬੁਰਾ ਨਹੀਂ ਹੋ ਰਿਹਾ, ਕੋਈ ਚੰਗਾ ਨਹੀਂ ਹੋ ਰਿਹਾ, ਜੋ ਕੁਛ ਹੈ ਉਹਦੀ ਖੇਡ ਆ, ਉਹਦੀ ਖੇਡ ਚੱਲ ਰਹੀ ਆ, ਉਹ ਖੇਡ ਸਮਝ ਕੇ ਵੇਖੀ ਜਾਵੇ, ਉਹ ਖੇਡ ਸਮਝ ਕੇ ਚੱਲਿਆ ਜਾਵੇ। ਅਤੇ ਇਸ ਤਰ੍ਹਾਂ ਸਮਝੋ ਨਹੀਂ ਵੀ ਗੁਰੂ ਪਿਤਾ ਜਿਵੇਂ ਇਹ ਚੀਜ਼ ਸਮਝਾ ਰਹੇ ਹੁਣ ਵੀ ਉਹ ਇੱਕ ਮਨ ਇੱਕੋ ਬਸ ਹੋਣਾ ਚਾਹੀਦਾ ਮਨ ਦੇ ਉੱਤੇ, ਵੀ ਉਹਦੀ ਖੇਡ ਆ। ਇਹ ਤੋਂ ਸਿਰੇ ਤੋਂ ਇਹ ਮੈਨੂੰ ਇਸ ਤਰ੍ਹਾਂ ਲੱਗਦਾ, ਹੋ ਸਕਦਾ ਹੋਰ ਬਹੁਤ ਕੁਛ ਹੋਵੇ, ਪਰ ਮੈਨੂੰ ਇਹ ਲੱਗਦਾ ਵੀ ਇਹ ਖੇਡ ਨੂੰ ਖੇਡ ਸਮਝ ਕੇ ਚੱਲਿਆ ਜਾਵੇ ਅਤੇ ਉਹਨੂੰ ਇੱਕ ਮਨ ਨਾਲ ਲਿਆਈਏ। ਕਹਿੰਦੇ ਵੀ ਉਹ ਲੱਖ ਜਿਹੜਾ ਲਿਖਿਆ ਜਾਣ ਵਾਲਾ ਹੀ ਨਹੀਂ, ਕਿਤੇ ਉਹਨੂੰ ਅਸੀਂ ਕਿੱਦਾਂ ਲਿਆ ਸਕਦੇ ਹਾਂ, ਉਹਨੂੰ ਅਸੀਂ ਕਿੱਦਾਂ ਬਿਆਨ ਕਰ ਸਕਦੇ ਹਾਂ, ਉਹਨੂੰ ਕਿਸੇ ਸ਼ਬਦਾਂ 'ਚ ਬਿਆਨ ਹੀ ਨਹੀਂ ਕਰ ਸਕਦੇ। ਸਿਰਫ ਉਹਦੀ ਖੇਡ ਨੂੰ ਵੇਖ ਕੇ ਵੀ ਉਹ ਸਭ ਕੁਝ ਉਹਦਾ ਚੱਲਣ ਡਿਆ, ਉਹਨੂੰ ਅੱਗੇ ਚੱਲਣਾ ਚਾਹੀਦਾ। ਸਾਨੂੰ ਇਸ ਤਰ੍ਹਾਂ ਪਤਾ ਸੋਝੀ ਲੱਗੀ ਕਿ ਉਹਨੂੰ ਇੱਕ ਮਨ ਕਹਿੰਦੇ, ਕਿ ਇੱਕ ਮਨ ਅਲਖ ਲੱਖ ਧਿਆਈਏ ਅਤੇ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ। ਹੁਣ ਫਲ ਮਤਲਬ ਉਹੀ ਗੁਰੂ ਪਿਤਾ ਸਮਝਾ ਰਹੇ ਸੀ ਕਿ ਫਲ ਤੇ ਵੇਹੋ ਕਿਹੋ ਜਿਹਾ ਹੀ ਮਿਲਣਾ, ਕਿ ਜੇ ਵੇਹੀ ਕਾਰ ਕਮਾਈਏ, ਵੀ ਜਿਹੋ ਜਿਹੀ ਕਾਰ ਕਮਾਵਾਂਗੇ। ਅਤੇ ਜੇ ਅਸੀਂ ਹੁਣ ਮਨ ਨੂੰ ਉਹ ਆਹਾਰ ਹੀ ਕੂੜ ਵਾਲਾ ਦੇ ਰਹੇ ਹਾਂ, ਜੇ ਉਹ ਮਨ ਨੂੰ ਆਹਾਰ ਹੀ ਹਰ ਇੱਕ ਤੋਂ ਵਿਕਾਰਾਂ ਵਾਲਾ ਦੇ ਰਹੇ ਹਾਂ, ਉਹਨੂੰ ਨਹੀਂ ਵੇਖ ਰਹੇ ਪਰਮਾਤਮਾ ਨੂੰ, ਉਹਨੂੰ ਨਹੀਂ ਅਸੀਂ ਨਜ਼ਰ ਅੰਦਾਜ਼ 'ਚ ਲਿਆ ਰਹੇ ਵੀ ਜਦੋਂ ਅਸੀਂ ਆਪਣੀ ਮੱਤ ਨਾਲ ਚੱਲਦੇ ਹਾਂ, ਆਪਣੀ ਸੋਚ ਨਾਲ ਚੱਲਦੇ ਹਾਂ, ਅਤੇ ਉਹ ਫਿਰ ਜਿਹੜਾ ਵਾ ਕਿ ਫਲ ਤੇ ਵੇਹੋ ਉਹੋ ਜਿਹਾ ਹੀ ਮਿਲਣਾ ਵਾ ਕਿ ਜਿਹੋ ਜਿਹੀ ਕਾਰ ਜਿਹੜੀ ਆ ਕਮਾ ਰਹੇ ਹਾਂ। ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ, ਵੀ ਜਿਹੋ ਜਿਹੀ ਕਰਮ ਕਰਨ ਦੇ ਫਲ ਤੇ ਫਿਰ ਉਹੋ ਜਿਹਾ ਮਿਲਣਾ। ਜੇ ਹੁਣ ਮਨ ਨੂੰ ਉਹ ਆਹਾਰ ਦਈਏ ਕਿ ਮਨ ਤੂੰ ਜੋਤ ਸਰੂਪ ਹੈ, ਤੂੰ ਆਪਣਾ ਮੂਲ ਪਛਾਣ, ਤੂੰ ਤੇ ਜੋਤ ਸਰੂਪ ਹੈ, ਤੂੰ ਤੇ ਪਰਮਾਤਮਾ ਦੀ ਅੰਸ਼ ਆ, ਤੂੰ ਉਹੀ ਆ, ਤੂੰ ਉਹਦੇ ਵਿੱਚ ਮਿਲਣਾ, ਉਹਦੇ 'ਚ ਭੇਦ ਹੋਣਾ, ਅਤੇ ਉਹ ਜਦੋਂ ਉਹਦੇ ਲਈ ਸੋਚਾਂਗੇ ਤਾਂ ਫਿਰ ਉਹੋ ਜਿਹਾ ਫਲ ਮਿਲਣਾ। ਅਤੇ ਜੇ ਕੂੜ ਵਾਲੀ ਸੋਚਾਂਗੇ ਤਾਂ ਕੂੜ ਵਾਲਾ ਮਿਲਣਾ, ਜੇ ਸੱਚ 'ਤੇ ਚੱਲਾਂਗੇ ਤਾਂ ਫਿਰ ਸੱਚ ਵਾਲਾ ਜਿਹੜਾ ਵਾ ਵੀ ਉਹ ਆਹਾਰ ਮਿਲਣਾ ਮਨ ਨੂੰ। ਅਤੇ ਫਿਰ ਫਲ ਤੇ ਵੇਹੋ ਹੀ ਪਾਈਏ ਜੇ ਇਹੀ ਕਾਰ ਕਮਾਈਏ, ਜਿਹੋ ਜਿਹੀ ਕਾਰ ਕਿਰਤ ਕਰਾਂਗੇ ਅਤੇ ਉਹੋ ਜਿਹੀ ਫਿਰ ਮਿਲਣਾ ਆ। ਪਰ ਜੇ ਹੋਵੇ ਪੂਰਬ ਲਿਖਿਆ, ਜੇ ਹੋਵੇ ਪੂਰਬ ਲਿਖਿਆ, ਜੇ ਸ਼ਬਦ ਗੁਰੂ ਪਿਤਾ ਵਰਤਦੇ ਇੱਥੇ ਵੀ ਜੇ ਹੋਵੇ ਪੂਰਬ ਲਿਖਿਆ। ਸੋ ਜਦੋਂ ਗੁਰੂ ਪਿਤਾ ਤੋਂ ਪੁੱਛੇ ਵੀ ਗੁਰੂ ਪਿਤਾ ਜੀ ਜੇ ਹੋਵੇ ਪੂਰਬ ਜਿਸ ਤਰ੍ਹਾਂ ਖਾਲਸਾ ਜੀ ਨੂੰ ਸਮਝਾਉਂਦੇ ਨੇ ਨਾ ਕਿ ਹਰ ਸਵਾਸ ਤੋਂ ਪਹਿਲਾਂ ਇਸ ਸਵਾਸ ਤੋਂ ਪਹਿਲਾਂ ਜੋ ਕੁਛ ਵੀ ਆ ਬੀਤ ਗਿਆ ਉਹ ਪੂਰਬ ਲਾਇਆ। ਉਹਨੂੰ ਅਸੀਂ ਇਸ ਜਨਮ ਦਾ ਵੀ ਕਹਿ ਸਕਦੇ ਹਾਂ, ਅਸੀਂ ਬਹੁਤ ਪਿਛਲੇ ਜਨਮਾਂ ਦਾ ਵੀ ਕਹਿ ਸਕਦੇ ਹਾਂ। ਅਤੇ ਉਹ ਮਤਲਬ ਕਿਹੜੇ ਉਹ ਸ਼ਬਦਾਂ 'ਚ ਵੀ ਉਹ ਜੋ ਵੀ ਇਸ ਸਮੇਂ ਤੋਂ ਪਹਿਲਾਂ ਜੋ ਵੀ ਅਸੀਂ ਕਰ ਲਿਆ ਉਹ ਪੁਰਾਤਮ ਹੋ ਗਿਆ, ਉਹ ਪੂਰਬਲਾ ਹੋ ਗਿਆ। ਉਹ ਜਦੋਂ ਉਹ ਪੂਰਬਲਾ ਹੋ ਗਿਆ ਅਤੇ ਜਦੋਂ ਉਹ ਹਰ ਕਾਰਜ ਹੀ ਪੂਰਬਲਾ ਹੋ ਜਾਂਦਾ, ਅਤੇ ਹੁਣ ਇਹ ਵੇਖਣ ਦੀ ਲੋੜ ਹੈ ਕਿ ਅਸੀਂ ਪੂਰਬ ਦੇ ਕਰਮ ਕੀਤੇ ਕੀ ਆ। ਕਿ ਜਦੋਂ ਇਹ ਸੋਚੀਦਾ ਵਿਚਾਰੀਦਾ ਵੀ ਅਸੀਂ ਜੋ ਮੈਂ ਆਪਣੇ ਨਾਲ ਝਾਤੀ ਮਾਰਦਾ ਕਿ ਮੈਂ ਤੇ ਵੀ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਏ, ਵੀ ਜੇ ਉਹ ਪੂਰਬ ਲਿਖਿਆ ਹੋਵੇ ਅਤੇ ਉਹ ਧੂੜ ਮਿਲਣੀ ਉਹਨਾਂ ਦੀ, ਅਤੇ ਮੈਂ ਪੂਰਬ ਕੀਤਾ ਕੀ, ਮੈਂ ਇਹ ਪੂਰਬਲੇ ਕਰਮਾਂ 'ਚ ਮੈਂ ਸਾਰੀ ਉਮਰ ਕੀਤਾ ਕਿ ਜਦੋਂ ਮੈਂ ਆਪਣੀ ਸਾਰਾ ਜੀਵਨ ਵੇਖਣਾ ਅਤੇ ਫਿਰ ਮੈਨੂੰ ਲੱਗਦਾ ਕਿ ਪਿਛਲੇ ਜਨਮਾਂ ਦੇ ਉੱਤੇ ਕੋਈ ਮੈਨੂੰ ਪਤਾ ਨਹੀਂ। ਐਰਕਾਂ ਜਿਵੇਂ ਜਿਸ ਤਰ੍ਹਾਂ ਆਪਣੀ ਜਨਮ ਵੇਹਨੇ ਆ ਅਤੇ ਫਿਰ ਉਹ ਕੂੜ ਰਾਜਾ ਕੂੜ ਪਰਜਾ ਵਾਲੀ ਕਮਾਈ ਜ਼ਿਆਦਾਤਰ ਕੀਤੀ। ਗੁਰੂ ਪਿਤਾ ਜੀ ਉਹ ਅਰਦਾਸ ਹੀ ਆ ਕਿ ਜੀਵਨ ਤਾਂ ਇੱਦਾਂ ਹੀ ਜੀਆ, ਕਿਉਂਕਿ ਕੋਈ ਸੋਝੀ ਨਹੀਂ ਸੀ ਇੱਧਰ ਨੂੰ। ਇਹ ਤਾਂ ਕੋਟਾਨ ਕੋਟ ਗੁਰੂ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਗੁਰੂ ਪਿਤਾ ਜੀ ਉਹ ਆਪ ਜੀ ਨੇ ਖਾਲਸਾ ਜੀ ਵਰਗੇ ਸਾਧੂਆਂ ਨਾਲ ਸਾਡੀ ਸੰਗਤ ਕਰਾਤੀ, ਸਾਨੂੰ ਕੁਝ ਪਤਾ ਲੱਗਾ, ਕੁਝ ਥੋੜ੍ਹਾ ਬੜਾ ਪਤਾ ਲੱਗਾ ਕਿ ਤੁਰਨਾ ਕਿੱਧਰ ਨੂੰ ਤੁਰਨਾ। ਸੋ ਜੇ ਨਾ ਮਿਲਦੇ ਤਾਂ ਮੈਂ ਸਮਝਦਾ ਸੀ ਕਿ ਮੈਂ ਹੁਣ ਸੋਚਦਾ ਹੁੰਦਾ ਕਿ ਨਹੀਂ ਸਾਰੀ ਉਮਰ ਕੂੜ ਦੇ ਵਿੱਚ ਹੀ ਕੱਢ ਦੇਣੀ ਸੀ, ਅਤੇ ਫਿਰ ਉਹੀ ਕੁਝ ਮਿਲਣਾ ਸੀ ਜੋ ਕੁਝ ਕਮਾਇਆ ਵਾ, ਜੋ ਕੁਝ ਕੀਤਾ ਵਾ। ਅਤੇ ਜੇ ਉਹੀ ਕੁਝ ਹੀ ਮਿਲਣਾ ਵਾ ਅਤੇ ਫਲ ਤਾਂ ਫਿਰ ਉਹੋ ਜਿਹਾ ਹੀ ਮਿਲਣਾ ਸੀ ਜਿਹੋ ਜਿਹੀ ਕਾਰ ਕਮਾਉਣੇ। ਪਰ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਏ, ਵੀ ਜੇ ਉਹ ਫਿਰ ਜੇ ਸਾਰੀ ਉਮਰ ਬੰਦਗੀ ਕੀਤੀ ਹੁੰਦੀ, ਜੇ ਸਾਰੀ ਉਮਰ ਗੁਰੂ ਪਿਤਾ ਦੇ ਨਾਲ ਜੁੜੇ ਹੁੰਦੇ, ਗੁਰੂ ਪਿਤਾ ਦੇ ਨਾਲ ਤੁਰਦੇ, ਅਤੇ ਫਿਰ ਧੂੜ ਉਹਨਾਂ ਦੀ ਫਿਰ ਐਟੋਮੈਟਿਕਲੀ ਧੂੜ ਗੁਰੂ ਪਿਤਾ ਨੇ ਉਹੋ ਹੀ ਦੇਣੀ ਸੀ ਜੋ ਸਾਨੂੰ ਚਾਹੀਦਾ ਸੀ, ਜੋ ਸਾਡੇ ਅੰਦਰ ਦੀ ਇੱਛਾ ਸੀਗੀ, ਜੋ
ਫਿਰ ਉਹ ਇੱਛਾ ਹੀ ਉਹ ਹੋਣੀ, ਫਿਰ ਉਹ ਪੂਰਬਲਾ ਕਰਮ ਹੀ ਉਹ ਹੋਣਾ ਸੀ ਸਾਡਾ। ਪਰ ਹੁਣ ਪੂਰਬਲੇ ਕਰਮ ਕਰਕੇ ਜਿਹੋ ਜਿਹੀ ਵੀ ਅਸੀਂ ਕਾਰ ਕਮਾਈ ਕੀਤੀ ਤੇ ਉਹੋ ਜਿਹਾ ਹੀ ਸਾਨੂੰ ਮਿਲਣਾ। ਤੇ ਫਿਰ ਗੁਰੂ ਪਿਤਾ ਜਦੋਂ ਕਹਿੰਦੇ ਨੇ ਕਿ ਮੱਤ ਥੋੜ੍ਹੀ ਸੇਵ ਗਵਾਈਏ, ਵੀ ਜਿਹੜੀ ਮੱਤ ਵਾ ਉਹ ਥੋੜ੍ਹੀ ਕਰਕੇ ਅਸੀਂ ਸੇਵ ਗਵਾਉਂਦੇ ਹਾਂ। ਗੁਰੂ ਪਿਤਾ ਜੀ ਇਹ ਜਦੋਂ ਗੁਰੂ ਪਿਤਾ ਤੋਂ ਪੁੱਛਦਾ ਕਿ ਗੁਰੂ ਪਿਤਾ ਜੀ ਮੱਤ ਹੁੰਦੀ ਕੀ, ਜਿਸ ਤਰ੍ਹਾਂ ਮੱਤ ਫਿਰ ਉਹ ਵੀ ਜਿਹੜਾ ਜਿਸ ਚੀਜ਼ ਤੋਂ ਮੈਂ ਸੋਚਦਾ, ਜੋ ਵੀ ਮੈਂ ਗ੍ਰਹਿਣ ਕਰਦਾ, ਜਿਹੜੀ ਵੀ ਮੱਤ ਨਾਲ ਮੈਂ ਚੱਲ ਰਿਹਾ ਨਾ, ਜੋ ਮੇਰੀ ਆਪਣੀ ਮੱਤ ਨਾਲ ਮੈਂ ਚੱਲਦਾ, ਮੈਂ ਕਿਤੇ ਗੁਰੂ ਦੀ ਮੱਤ ਨਾਲ ਥੋੜ੍ਹੀ ਚੱਲ ਰਿਹਾ। ਮੈਂ ਸੋਚ ਵੀ ਮੇਰੀਆਂ ਆਪਣੀਆਂ ਹਰ ਇੱਕ ਚੀਜ਼ ਬਾਰੇ ਜਦੋਂ ਸੋਚੀਦਾ ਆ ਤੇ ਵੀ ਉਹ ਮੱਤ ਮੇਰੀ, ਉਹ ਮੱਤ ਜਿਹੜੀ ਆ ਵੀ ਉਹ ਥੋੜ੍ਹੀ ਸੀਗੀ ਤੇ ਸੇਵ ਗਵਾਈਏ। ਹੁਣ ਜਿਵੇਂ ਕਿ ਜਦੋਂ ਇਸ ਪੰਕਤੀ ਦਾ ਅਭਿਆਸ ਕਰ ਲੈਂਦੇ, ਫਿਰ ਗੁਰੂ ਪਿਤਾ ਜੋ ਖਾਲਸਾ ਜੀ ਹੋਣੀ ਅਭਿਆਸ ਬਖਸ਼ਿਸ਼ ਕਰਦੇ ਹੁੰਦੇ ਵੀ ਆਹ ਕਮਾਉਣਾ, ਆਹ ਕਰਨਾ, ਇਸ ਤਰ੍ਹਾਂ ਚੱਲਣਾ, ਤੇ ਫਿਰ ਕਮਾ ਕੇ ਵੇਖਣਾ। ਤੇ ਫਿਰ ਵੇਖਿਆ ਕਿ ਉਹ ਸਾਰੇ ਅਭਿਆਸ ਫਿਰ ਚੇਤੇ ਹੋਏ ਵੀ ਉਹ ਮੱਤ ਥੋੜ੍ਹੀ ਕਿੱਦਾਂ ਸੀ। ਜਿਸ ਤਰ੍ਹਾਂ ਖਾਲਸਾ ਜੀ ਸਮਝਾਉਂਦੇ ਨਾ, ਜੇ ਕੋਈ ਭੁੱਖਾ ਮਿਲ ਜੇ ਤੇ ਉਹਨੂੰ ਪ੍ਰਸ਼ਾਦਾ ਦਿੰਦੇ ਹਾਂ, ਜੇ ਕੋਈ ਕੱਪੜਾ ਨਹੀਂ ਜਿਹਦੇ ਕੋਲ ਉਹਨੂੰ ਅਸੀਂ ਕੱਪੜਾ ਦਿੰਦੇ ਹਾਂ। ਸੋ ਜੇ ਪਰ ਕੋਈ ਮੱਤ ਤੋਂ ਹੀਣ ਮਿਲ ਜੇ ਕੋਈ ਸਾਨੂੰ ਗਲਤ ਸ਼ਬਦਾਵਲੀ ਵਰਤ ਰਿਹਾ ਵਾ, ਤੇ ਉੱਥੇ ਅਸੀਂ ਕਿਉਂ ਉਹਦੇ ਨਾਲ ਉਸ ਤਰ੍ਹਾਂ ਹੀ ਗੁੱਸੇ 'ਚ ਕਰੋਧੀ ਹੋ ਜਾਂਦੇ ਹਾਂ। ਫਿਰ ਸਾਡੇ ਤੋਂ ਉਹਦੇ 'ਚ ਫਰਕ ਕੀ ਹੋਇਆ? ਉੱਥੋਂ ਪਤਾ ਲੱਗਦਾ ਕਿ ਮੱਤ ਥੋੜ੍ਹੀ ਆ। ਜੇ ਮੱਤ ਪੂਰੀ ਹੁੰਦੀ ਤੇ ਅਸੀਂ ਉਹਦੇ ਲਈ ਅਰਦਾਸ ਕਰਦੇ ਹਾਂ, ਅਸੀਂ ਉਹਦੇ ਲਈ ਉਹਨੂੰ ਅਸੀਂ ਸੋਚਦੇ ਹਾਂ ਵੀ ਨਹੀਂ ਗੁਰੂ ਪਿਤਾ ਜੀ ਉਹ ਇਸ ਚੀਜ਼ ਨੂੰ ਵੀ ਮੱਤ ਬਖਸ਼ੋ, ਉਹਦੇ ਲਈ ਅਰਦਾਸ ਕਰਦੇ, ਉਹਦੇ ਲਈ ਜਾਪ ਕਰਦੇ ਕੋਈ, ਤੇ ਉਹਦੇ ਲਈ ਅਰਦਾਸ ਬੇਨਤੀ ਕਰਦੇ, ਤੇ ਉਹ ਜੇ ਅਸੀਂ ਅਰਦਾਸ ਬੇਨਤੀ ਉਹਦੇ ਲਈ ਕਰਦੇ, ਇਸ ਤਰ੍ਹਾਂ ਤੁਰਦੇ, ਤੇ ਫਿਰ ਅਸੀਂ ਸੇਵ ਕਮਾ ਲੈਣੀ ਸੀ। ਪਰ ਉਹ ਸੇਵ ਨਹੀਂ ਕਮਾਈ ਗਈ, ਕਿਉਂ? ਕਿਉਂਕਿ ਮੱਤ ਥੋੜ੍ਹੀ ਸੀ। ਇਸ ਕਰਕੇ ਜਿੰਨਾ ਵੀ ਕਰਮ ਕੀਤਾ, ਕ੍ਰੋਧ 'ਚ, ਵਾਸ਼ਨਾਵਾਂ 'ਚ, ਜਿੰਨਾ ਵੀ ਸਭ ਕੁਝ, ਉਹ ਕਿਉਂ ਕੀਤਾ? ਕਿਉਂਕਿ ਮੱਤ ਥੋੜ੍ਹੀ ਸੀ। ਦਿੱਤੀ ਤੇ ਗੁਰੂ ਪਿਤਾ ਨੇ ਸੇਵਾ ਹੀ ਵੀ ਹਾਲੇ ਕਮਾ ਲਾ, ਕਰ ਲਾ, ਤੇਰੇ ਅੱਗੇ ਕੋਈ ਇਹੋ ਜਿਹਾ ਕੋਈ ਜੀ ਨੂੰ ਪੇਸ਼ ਕੀਤਾ ਕਿ ਤੈਨੂੰ ਸੇਵਾ ਬਖਸ਼ਿਸ਼ ਕੀਤੀ, ਤੂੰ ਵੀ ਸੇਵਾ ਕਮਾ ਸਕਦਾ, ਹੁਣ ਤੂੰ ਸੇਵਾ ਕਰ ਸਕਦਾ, ਤੇਰਾ ਸਮਾਂ ਸੇਵਾ ਕਰਨ ਦਾ। ਪਰ ਉਹ ਮੱਤ ਥੋੜ੍ਹੀ ਸੀ, ਤੇ ਮੱਤ ਥੋੜ੍ਹੀ ਕਰਕੇ ਉਹ ਚੀਜ਼ ਨੂੰ ਨਹੀਂ ਗ੍ਰਹਿਣ ਕੀਤਾ, ਤੇ ਉਹ ਜਿਹੜੀ ਸੇਵ ਸੀ ਸਾਰੀ ਗਵਾ ਲਈ। ਸੋ ਗੁਰੂ ਪਿਤਾ ਇਹ ਸ਼ਬਦ ਦੇ ਵਿੱਚੋਂ ਇਹੋ ਹੀ ਸਮਝਾਉਂਦੇ ਸੀ ਕਿ ਇੰਨੀ ਕੀ ਸਮਝ ਬਖਸ਼ਦੇ ਸੀ ਕਿ ਵੀ ਮੱਤ ਥੋੜ੍ਹੀ ਸੇਵ ਗਵਾਈਏ, ਵੀ ਇਸ ਕਰਕੇ ਜਿਹੜੀ, ਤੇ ਗੁਰੂ ਪਿਤਾ ਅੱਗੇ ਅਰਦਾਸ ਕਰਦੇ, ਗੁਰੂ ਪਿਤਾ ਜੀਓ ਉਹ ਮੱਤ ਬੁੱਧ ਬਖਸ਼ ਦਿਓ ਸਤਿਗੁਰੂ ਜੀਓ, ਜਿਹਦੇ ਵਿੱਚ ਅਸੀਂ ਸੇਵ ਨਾ ਗਵਾ ਸਕੀਏ। ਗੁਰੂ ਪਿਤਾ ਜੀਓ ਆਪ ਜੀ ਦੀ ਸੇਵਾ